गुरु नानक पग पंकज बंदन पग पंकज बंदन सिमरो अंगद दुख निकंदन अमरदास हृदय नित त्यावो हृदय नित त्यावो। श्री गुरु रामदास गुण गावो गुरु अर्जन विघ्नन के नाशक विघ्नन के नाशक। श्री हरि गोविंद शुभ मत प्रकाशक गुरु हरि राय नमो कर जोरी नमो कर जोरी। हरि कृष्ण मनाओ बहोरी तेग बहादुर परम किरपाला वाहिगुरु परम किरपा। तरूं तरा पर पुन पुन शीशा वाहिगुरु पुन पुन बंदों बार बार जगदीशा। जिसमें है अमृत ज्ञान है मानस भगत वैराग। श्री गुरु ग्रंथ साहिब उदत बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह है विघ्न विनाशन। वाहिगुरु जी की फतेह है विघ्न विनाशन। सतनाम श्री वाहिगुरु साहिब जी। दोहरा दुर्मत दुष्ट दरोदरी दुकृत दुखत कलेश। सोन सिंह का सरब सो करम पयो रांकेश। जुगो जुग अटाल सतगुरु चवर छत्र तख्त दे मालक धन साहिब श्री गुरु ग्रंथ साहिब महाराज तिन्हां दी बरकतमई पावन हजूरी अंदर संध्या वक्त तो सजे पावन दीवान तिन्हां दियां हाजरियां भर रहे गुरु सवारे गुरु प्यारे सतसंगी जनों धनता दे योग हो। सतगुरां दी मुबारक हजूरी अंदर बैठ के शुभ गुणां दी प्राप्ति करन दा सुभाग समा आप सरबत साध संगत नूं बख्शिश होया है। चल रही लड़ीवार धन गुरु नानक पातशाह महाराज जी के पावन इतिहास की मुबारक इतिहासक कथा श्री गुरु प्रताप सूझ ग्रंथ के अंदर अध्याय तीसरा जिस विच आप जी ने कल दे दीवाना विच सरवण किया कि किवें गुरु अंगद देव महाराज जी ने भाई पैड़ा मोखा जी होर गुरु के प्यारियां तो संस्कृत भाषा तो गुरमुखी भाषा दे विच जन्म पत्री लिखवा के ते किवें फिर अगे भाई वाला धन गुरु नानक पातशाह महाराज जी दे
ਪਾਵਨ ਅਵਤਾਰ ਤੋਂ ਪਹਿਲਾਂ ਜੋ ਇਸ ਸੰਸਾਰ ਦੇ ਹਾਲਾਤ ਸਨ, ਸੰਪੂਰਨ ਜਿਹੜਾ ਹੈ ਸ੍ਰਿਸ਼ਟੀ ਹਾਏ ਹਾਏ ਕਰ ਰਹੀ ਸੀ। ਹਰ ਪਾਸੇ ਜਿਹੜਾ ਪਾਪ ਦਾ ਵਰਤਾਰਾ ਵੱਧ ਰਿਹਾ ਸੀ। ਦੁਸ਼ਟ ਵਿਸ਼ੇ ਵਿਕਾਰ ਭੋਗਣ ਵਾਲੇ, ਪਾਪ ਕਮਾਉਣ ਵਾਲੇ ਅਪਰਾਧੀ, ਤਿੰਨਾਂ ਦੀ ਤਾਦਾਦ ਜਿਹੜੀ ਹੈ ਸੰਸਾਰ ਦੇ ਅੰਦਰ ਜ਼ਿਆਦਾਤਰ ਉਸ ਸਮੇਂ ਸੀ। ਆਪਾਂ ਗੁਰੂ ਕੀ ਬਾਣੀ ਅੰਦਰ ਵੀ ਇਹ ਬਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਵਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਵੀ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਸਪਸ਼ਟ ਤੌਰ 'ਤੇ ਇਹ ਗੱਲ ਲਿਖੀ ਹੋਈ ਹੈ ਕਿ ਅਸਲ ਦੇ ਵਿੱਚ ਉਸ ਸਮੇਂ ਦਾ ਜੋ ਹਾਲਾਤ ਸਨ ਕਿ ਭਾਈ ਗੁਰਦਾਸ ਜੀ ਵੀ ਜਿਵੇਂ ਕਹਿੰਦੇ ਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਸੱਚ ਦੀ ਕੋਈ ਬਾਤ ਨਹੀਂ ਸੀ ਕਰਦਾ, ਰਿਸ਼ਵਤਖੋਰੀ ਹਰ ਪਾਸੇ ਸੀ, ਬੇਈਮਾਨੀ ਆਦਿਕ ਜਿਹੜਾ ਹੈ ਇਹ ਹਾਲਾਤ ਉਸ ਸਮੇਂ ਦੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤੇ। ਆਓ ਅੱਗੇ ਕਿਵੇਂ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਵੇਲੇ ਉਹ ਤੋਂ ਪਹਿਲਾਂ ਕੁਝ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਤਿੰਨਾਂ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੁਰਮਤ ਦੁਸ਼ਟ ਦਰੋਦਰੀ, ਦੁਕ੍ਰਿਤ ਦੁਖਤ ਕਲੇਸ਼। ਖੋਟੀ ਮਤ, ਦੁਸ਼ਟਤਾ, ਜੂਏਬਾਜੀ, ਚੁਗਲੀਆਂ ਕਰਨੀਆਂ, ਦੁੱਖ ਸੰਤਾਪ ਆਦਿਕ ਜਿਹੜਾ ਹੈ ਇਹ ਜ਼ਿਆਦਾਤਰ ਉਸ ਸਮੇਂ ਬਹੁਤ ਵੱਡੀ ਤਾਦਾਦ ਦੇ ਵਿੱਚ ਆਪਣਾ ਜਿਹੜਾ ਹੈ ਵਿਸਥਾਰ ਕਰ ਰਿਹਾ ਸੀ। ਸੋਨ ਸਿੰਘ ਕਾ ਸਰਸ ਸੋ ਧਰਮ ਪਇਓ ਰਾਕੇਸ਼। ਇੱਥੇ ਫਿਰ ਜ਼ਿਕਰ ਕੀਤਾ ਕਵੀ ਸੰਤੋਖ ਸਿੰਘ ਜੀ ਨੇ ਕਿ ਇੱਕ ਰਾਖਸ਼ਣੀ ਹੋਈ ਹੈ ਜਿਹਦਾ ਇਤਿਹਾਸ ਦੇ ਵਿੱਚ ਨਾਮ ਜਿਹੜਾ ਹੈ ਸਿੰਘ ਕਾ ਹੈ। ਸਿੰਘ ਕਾ, ਰਾਖਸ਼ਣੀ ਦੇ ਪੁੱਤਰ ਰਾਹੂ ਸਮਾਨ, ਇਹ ਸਾਰੇ ਹੋ ਗਏ ਨੇ ਉਸ ਸਮੇਂ ਦੇ ਜਿਹੜੇ ਹਾਲਾਤ ਸਨ। ਤੇ ਧਰਮ ਜਿਹੜਾ ਸੀ ਉਹ ਪੂਰਨਮਾਸੀ ਦਾ ਚੰਦਰਮਾ ਹੋ ਗਿਆ ਸੀ। ਆਪਾਂ ਆਮ ਕਰਕੇ ਲਫ਼ਜ਼ ਵਰਤਦੇ ਨੇ ਜਿਹੜਾ ਜ਼ਿਆਦਾਤਰ ਕਾਫੀ ਸਮੇਂ ਬਾਅਦ ਦਿਖੇ ਨਾ, ਜਾਂ ਤੇ ਈਦ ਦਾ ਚੰਦ ਕਹਿ ਦੇਈਦਾ ਜਾਂ ਫਿਰ ਪੂਰਨਮਾਸੀ ਦਾ ਚੰਦਰਮਾ ਕਹਿ ਦੇਈਦਾ, ਭਾਵ ਤੋਂ ਬੜੇ ਦਿਨਾਂ ਬਾਅਦ ਕਿੱਥੇ ਲੁਕਿਆ ਹੋਇਆ ਸੀ। ਇਹਦਾ ਭਾਵ ਇੱਥੇ ਇਹ ਹੈ ਕਿ ਜਿਹੜਾ ਸੱਚ ਸੀ ਉਹ ਅਸਲ ਦੇ ਵਿੱਚ ਜਿਹੜਾ ਹੈ ਪੂਰਨਮਾਸੀ ਦੇ ਚੰਦਰਮੇ ਦੀ ਤਰ੍ਹਾਂ ਹੋ ਗਿਆ ਸੀ। ਭਾਵ ਕਿਤੇ ਵੀ ਸੱਚ ਜਿਹੜਾ ਹੈ ਉਹ ਦਿਖਦਾ ਨਹੀਂ ਸੀ। ਹਰ ਪਾਸੇ ਝੂਠ, ਹਰ ਪਾਸੇ ਰਿਸ਼ਵਤ, ਠੱਗੀ ਠੋਰੀ ਆਦਿਕ ਜਿਹੜਾ ਹੈ ਇਹਦਾ ਬਹੁਤ ਬੋਲਬਾਲਾ ਸੀ। ਜੋ ਪਈ ਨਿਪਤ ਪੁਕਾਰ ਨ ਸੁਨੇ ਕਾਈ, ਕਾਜੀ ਰਿਸ਼ਵਤ ਬਸ ਅਧਿਕਾਈ। ਰਾਜੇ ਕਿਸੇ ਦੀ ਫਰਿਆਦ ਨਹੀਂ ਸੀ ਸੁਣਦੇ ਤੇ ਕਾਜੀ ਜਿਹੜੇ ਸਨ ਉਹ ਰਿਸ਼ਵਤੀ ਹੋ ਕੇ ਅਸਲ ਦੇ ਵਿੱਚ ਜਿਹੜਾ ਹੈ ਉਹ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ, ਇਸ ਪ੍ਰਕਾਰ ਜਿਹੜਾ ਹੈ ਉਹਨਾਂ ਦੀ ਕਹਿ ਲਓ ਕਿ ਨੀਅਤ ਖੋਟੀ ਹੋਣ ਕਰਕੇ ਉਹ ਰਿਸ਼ਵਤਖੋਰ ਹੋ ਚੁੱਕੇ ਸਨ, ਲਾਲਚੀ ਹੋ ਚੁੱਕੇ ਸਨ। ਰਾਜੇ ਨੇ ਪ੍ਰਜਾ ਦੀ ਰੱਖਿਆ ਕਰਨੀ ਸੀ, ਉਹੀ ਜਿਹੜਾ ਹੈ ਪ੍ਰਜਾ ਨੂੰ ਖਾਈ ਜਾ ਰਿਹਾ ਸੀ। ਇਹੋ ਜਿਹੇ ਹਾਲਾਤ ਉਸ ਸਮੇਂ ਸਨ। ਝੂਠੇ ਕੋ ਸਾਚਾ ਕਰ ਦੇ, ਸਤ ਨਿਆਉ ਕੋ ਨਾਉ ਨ ਲਈ। ਜਿਹੜੇ ਕਾਜੀ ਸਨ ਉਹ ਫਿਰ ਝੂਠੇ ਨੂੰ ਜਿਹੜਾ ਹੈ ਸੱਚਾ ਬਣਾ ਦਿੰਦੇ ਸੀ। ਝੂਠੇ ਕੋ ਸਾਚਾ ਕਰ ਦੇਈ, ਰਿਸ਼ਵਤ ਖਾ ਕੇ ਝੂਠਿਆਂ ਨੂੰ ਜਿਹੜਾ ਹੈ ਉਹ ਸੱਚਾ ਬਣਾ ਦਿੰਦੇ ਸਨ। ਤੇ ਸਤ ਨਿਆਏ ਕੋ ਨਾਉ ਨਾ ਲਈ, ਜਿਹੜੇ ਸੱਚੇ ਸਨ ਉਹਨਾਂ ਨੂੰ ਨਿਆਂ ਦੇਣ ਦਾ ਕੋਈ ਨਾਂ ਨਹੀਂ ਸੀ। ਜੈ ਤੈ ਚਲੀ ਮਲੇਛਨ ਪਾਖਾ, ਨਿਜ ਨਿਜ ਧਰਮ ਨਰਨ ਸਭ ਨਾਖਾ। ਹੁਣ ਜਿੱਥੇ ਕਿੱਥੇ ਵੀ ਜਿਹੜਾ ਹੈ ਮਲੀਸ਼ਾਂ ਦੀ ਜਿਹੜੀ ਭਾਖਾ ਦਾ ਅਰਥ ਹੈ ਕਿ ਬੋਲੀ, ਹਰ ਪਾਸੇ ਜਿਹੜਾ ਹੈ ਬੋਲੀ ਇਹੋ ਹੀ ਚੱਲ ਰਹੀ ਸੀ। ਜਿਵੇਂ ਔਰੰਗਜ਼ੇਬ ਨੇ ਇਹ ਗੱਲ ਕਹੀ ਸੀ, ਭਾਵੇਂ ਕਿ ਜ਼ਕਰੀਆ ਖਾਂ ਵਰਗੇ ਵੀ ਆਏ ਸਨ, ਯਹੀਆ ਖਾਂ ਵਰਗੇ ਆਏ ਸਨ,
ਉਹਨਾਂ ਨੇ ਇੱਕੋ ਹੀ ਸਹੁੰ ਚੁੱਕੀ ਸੀ ਕਿ ਅਸੀਂ ਹਰ ਪਾਸੇ ਇਹ ਸੁਣਨਾ ਚਾਹੁੰਦੇ ਹਾਂ ਨਾਰਾ ਅਲੀ ਅਲੀ ਦਾ। ਭਾਵ ਜਿਹੜਾ ਸਾਡਾ ਇਸਲਾਮ ਮਤ ਹੈ, ਮੁਗਲਿਆ ਹਕੂਮਤ ਉਸ ਸਮੇਂ ਸੀ, ਅਤੇ ਉਹ ਚਾਹੁੰਦੇ ਸਨ ਕਿ ਹਾਂ ਸਾਡੀ ਹੀ ਬੋਲੀ, ਸਾਡੀ ਹੀ ਭਾਸ਼ਾ ਹਰ ਕਿਤੇ ਚੱਲੇ, ਹਰ ਪਾਸੇ ਸਾਡਾ ਹੀ ਬੋਲਬਾਲਾ ਹੋਵੇ। ਅਤੇ ਕਵੀ ਜੀ ਕਹਿੰਦੇ ਨੇ, ਜਹ ਤਹ ਚਲੀ ਮਲੇਸ਼ਨ ਭਾਖਾ, ਨਿਜ ਨਿਜ ਧਰਮ ਨਰਨ ਸਭ ਨਾਖਾ। ਅਸਲ ਦੇ ਵਿੱਚ ਜਿਹੜਾ ਹੈ ਆਪੋ ਆਪਣਾ ਧਰਮ ਸਾਰੇ ਛੱਡ ਰਹੇ ਸਨ ਉਸ ਸਮੇਂ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ। ਬਾਅਦ ਦੇ ਵਿੱਚ ਤੇ ਮਾਲਕ ਜੀ ਆਪ ਜਿਹੜਾ ਹੈ ਦੁਸ਼ਟਾਂ ਨੂੰ ਦੁਸ਼ਟ ਕਹਿੰਦੇ ਸਨ। ਕੋਈ ਉਹਨਾਂ ਦੀਆਂ ਖੁਸ਼ਾਮਦਾਂ ਨਹੀਂ, ਕੋਈ ਕੁਝ ਨਹੀਂ, ਜਿੱਦਾਂ ਦਾ ਜੋ ਸੀ ਉਹੋ ਜਿਹਾ ਮਾਲਕ ਜੀ ਉਹਨੂੰ ਕਹਿੰਦੇ ਸਨ। ਇਸ ਲਈ ਕਵੀ ਜੀ ਕਹਿੰਦੇ ਨੇ ਕਿ ਹਰ ਪਾਸੇ ਜਿਹੜਾ ਹੈ ਬੋਲਬਾਲਾ ਮਲੇਸ਼ਾਂ ਦੀ ਪੱਖ ਬੋਲੀ ਦਾ ਸੀ, ਭਾਵ ਮੁਗਲਿਆ ਹਕੂਮਤ ਦਾ ਸੀ, ਅਤੇ ਹਰ ਕੋਈ ਆਪੋ ਆਪਣਾ ਧਰਮ ਜਿਹੜਾ ਮਨੁੱਖ ਛੱਡ ਦਿੰਦਾ ਸੀ ਉਹਨਾਂ ਦੇ ਡਰ ਦੇ ਕਾਰਨ। ਤਨ ਪਾਪਨ ਪੀਨਾ ਦਰਬ ਖਸੋਟੈ ਦੇਖਤ ਦੀਨਾ। ਪੁੰਨ ਕਰਮ ਜਿਹੜੇ ਸਨ ਉਹ ਕਮਜ਼ੋਰ ਹੋ ਗਏ ਸਨ, ਅਤੇ ਪਾਪ ਕਰਮ ਜਿਹੜਾ ਸੀ ਉਹ ਵੱਡਾ ਤਕੜਾ ਹੋ ਗਿਆ ਸੀ। ਇਸ ਲਈ ਜਿਹੜਾ ਹੈ ਦਰਬ ਖਟੋਸੈ ਦੇਖਤ ਦੀਨਾ। ਦੀਨਾ ਦਾ ਅਰਥ ਇੱਥੇ ਹੈ ਗਰੀਬ। ਜਿਹੜਾ ਕੋਈ ਗਰੀਬ ਦਿਖਦਾ ਸੀ, ਕਮਜ਼ੋਰ ਦਿਖਦਾ ਸੀ, ਉਹਦਾ ਧਨ ਲੁੱਟ ਲੈਂਦੇ ਸਨ, ਖੋਹ ਲੈਂਦੇ ਸਨ। ਹਰ ਪਾਸੇ ਜ਼ੁਲਮ ਹੋ ਰਿਹਾ ਸੀ। ਅਤੇ ਜਦੋਂ ਤੁਸੀਂ ਹਿਸਟਰੀ ਵਾਚੋਗੇ ਤਾਂ ਮੈਂ ਪੜ੍ਹ ਰਿਹਾ ਸੀ, ਬੜਾ ਹੈਰਾਨ ਹੋਇਆ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਸੰਸਾਰ ਦੇ ਅੰਦਰ ਇਹ ਚੀਜ਼ ਕਹਿ ਦਿੰਦੇ ਨੇ, ਜਦੋਂ ਆਪਣੀ ਗੱਲ ਆਉਂਦੀ ਹੈ ਕਿ ਅਸਲ ਦੇ ਵਿੱਚ ਜਿਹੜਾ ਹੈ ਸਿੱਖ ਨੂੰ ਕਹਿ ਦਿੰਦੇ ਕਿ ਹਾਂ ਤੁਸੀਂ ਹਿੰਦੂਆਂ ਦੇ ਵਿੱਚੋਂ ਹੀ ਆਏ ਜੋ, ਇਹ ਕਿਹਾ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਅਸਲ ਦੇ ਵਿੱਚ ਕਿਤਨਾ ਕੁਝ ਹੁੰਦਾ ਸੀ। ਮਾਲਕ ਨੇ ਸਾਨੂੰ ਜਿਹੜਾ ਹੈ ਨਿਸ਼ਾਨ ਅਲੱਗ ਦਿੱਤਾ ਹੋਇਆ ਹੈ, ਪਹਿਰਾਵਾ ਅਲੱਗ ਦਿੱਤਾ ਹੋਇਆ ਹੈ, ਸਿਧਾਂਤ ਅਲੱਗ ਦਿੱਤਾ ਹੋਇਆ ਹੈ, ਪਰ ਫਿਰ ਵੀ ਇਹੋ ਜਿਹੇ ਕੁਝ ਚੰਦ ਲੋਕ ਨੇ ਉਹ ਇਹ ਚੀਜ਼ਾਂ ਕਹਿ ਦਿੰਦੇ ਨੇ। ਕਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖਿਓ, ਮਹਿਮੂਦ ਗਜ਼ਨਵੀ ਆਉਂਦਾ ਹੈ ਅਤੇ ਸੋਮਨਾਥ ਦੀ ਹਿਸਟਰੀ ਪੜ੍ਹਿਓ ਕਿਤੇ, ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ। ਸਭ ਤੋਂ ਵੱਡਾ ਉਹ ਮੰਦਰ ਸੀ ਸ਼ਿਵ ਜੀ ਦਾ, ਅਤੇ ਉਹਨੇ ਆ ਕੇ ਉਸ ਮੰਦਰ ਨੂੰ ਤਹਿਸ ਨਹਿਸ ਕੀਤਾ ਹੈ, ਮਹਿਮੂਦ ਗਜ਼ਨਵੀ ਨੇ। ਜਿਹੜੇ ਉਹਦੇ ਥੰਮ ਸਨ ਉਹ ਹੀਰੇ ਜ਼ਵਾਰਾਤਾਂ ਦੇ ਨਾਲ ਭਰੇ ਹੋ ਰਹਿੰਦੇ ਸਨ, ਜੜੇ ਹੋਏ ਸਨ, ਉਹਨਾਂ ਨੂੰ ਲੁੱਟਿਆ। ਸ਼ਿਵ ਜੀ ਦੀ ਜਿਹੜੀ ਮੂਰਤੀ ਸੀ ਉਹਦੇ 3 ਹਿੱਸੇ ਕੀਤੇ ਗਏ ਉਸ ਸਮੇਂ ਦਾ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦਾ ਟੂਕ ਮਾਤਰ ਮੈਂ ਜ਼ਿਕਰ ਕਰਾਂਗਾ। ਉਸ ਤੋਂ ਬਾਅਦ ਸਮਾਂ ਤੁਸੀਂ ਪੜ੍ਹੋਗੇ 1263 ਈਸਵੀ ਦਾ, ਜਦੋਂ ਕੁਤਬੁੱਦੀਨ ਐਬਕ ਆਉਂਦਾ ਹੈ, ਅਤੇ ਉਹਨੇ ਜਿਹੜਾ ਹੈ ਕਈ ਜ਼ੁਲਮ ਕੀਤੇ ਨੇ। ਅਤੇ ਜੇ ਗਿਣਾਉਣ 'ਤੇ ਆ ਜਾਂ, ਸ਼ਾਇਦ ਜਿਹੜਾ ਹੈ ਜੋ ਆਸਥਾ ਰੱਖਦਾ ਹੈ ਧਾਰਮਿਕ ਸਥਾਨਾਂ 'ਤੇ, ਉਹਦੇ ਅੰਦਰ ਕੁਝ ਜਿਹੜਾ ਠੇਸ ਵੀ ਪਹੁੰਚ ਸਕਦੀ ਹੈ, ਕਿਉਂਕਿ ਜ਼ਿਕਰ ਇਹੋ ਜਿਹਾ ਹੈ ਉਸ ਸਮੇਂ ਦਾ। ਮੁਗਲਿਆ ਹਕੂਮਤ ਦੇ ਤਸੱਦਦ ਜ਼ੁਲਮ ਇਹੋ ਜਿਹੇ ਨੇ, ਤੁਸੀਂ ਕਿਤੇ ਪੜ੍ਹ ਕੇ ਦੇਖਿਓ। ਇਸ ਜਿਹੜਾ ਹੈ ਹੁਕਮਰਾਨ ਨੇ ਬੜਾ ਕੁਝ ਕੀਤਾ ਹੈ, ਅਤੇ ਸਮਾਂ ਪਾ ਕੇ ਜਦੋਂ 1346 ਈਸਵੀ ਦਾ ਸਮਾਂ ਆਉਂਦਾ ਹੈ, ਉਦੋਂ ਹਕੂਮਤ ਕਰਨ ਇਸ ਦੇਸ਼ 'ਤੇ ਜਿਹੜਾ ਉਹਦਾ ਨਾਮ ਹੈ ਫਿਰੋਜ਼ ਸ਼ਾਹ ਖਿਜਲੀ, ਉਹ ਵੀ ਜਦੋਂ ਆਉਂਦਾ ਹੈ ਉਹ ਵੀ ਆਪਣਾ 3 ਵਾਰ ਹਮਲੇ ਕਰਦਾ ਅਤੇ ਲੁੱਟ ਕੇ ਲੈ ਜਾਂਦਾ ਹੈ ਅਗਲਾ। ਤੇ ਤੋਂ ਬਾਅਦ ਸਿਕੰਦਰ ਲੋਧੀ ਵਰਗੇ ਆਉਂਦੇ ਨੇ, ਅਲਾਉਦੀਨ ਖਿਲਜੀ ਵਰਗੇ ਆਉਂਦੇ ਨੇ। ਅਲਾਉਦੀਨ ਖਿਲਜੀ ਨੇ ਆਪਣੇ ਕਾਜੀ ਨੂੰ ਪੁੱਛਿਆ ਸੀ, ਆਹ ਜਿਹੜੇ ਕੌਮ ਹੈ, ਹਿੰਦੂ ਕੌਮ ਜਿਹੜੀ ਹੈ, ਇਹ ਅਸਲ ਦੇ ਵਿੱਚ ਜਿਹੜਾ ਹੈ ਕਿਸ ਲਈ ਹੈ? ਕਾਜੀ ਕਹਿਣ ਲੱਗਾ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਕਿ ਅਸੀਂ ਪੁੱਛਣਾ ਚਾਹੁੰਦੇ ਸਾਡੀ ਸ਼ਰ੍ਹਾ ਕੀ ਕਹਿੰਦੀ ਇਹਨਾਂ ਬਾਰੇ। ਹੁਣ ਉਹ ਕਾਜੀ ਦੇ ਬੋਲ ਵੇਖੋ ਕਿਹੋ ਜਿਹੇ, ਬੜੇ ਸਖਤ ਨੇ। ਕਾਜੀ ਕਹਿੰਦਾ ਕਿ ਅਸਲ ਦੇ ਵਿੱਚ ਸਾਡੀ ਸ਼ਰ੍ਹਾ ਜਿਹੜੀ ਹੈ, ਇਹਨਾਂ ਪ੍ਰਥਾਏ ਇਹ ਕਹਿੰਦੀ ਹੈ ਕਿ ਖੁਦਾ ਨੇ ਇਹਨਾਂ ਨੂੰ ਸਾਡੀ ਸੇਵਾ ਲਈ ਬਣਾਇਆ ਹੈ, ਇਹ ਸਾਡੀ ਸੇਵਾ ਕਰਨਗੇ। ਅਤੇ ਉਸ ਤੋਂ ਬਾਅਦ
ਇੱਥੋਂ ਤੱਕ ਵੀ ਲਿਖਿਆ ਕਿ ਸ਼ਰ੍ਹਾ ਦੇ ਵਿੱਚ ਇਹ ਵੀ ਹੈ ਕਿ ਅਸੀਂ ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ ਕਿ ਪਾਨ ਅਸੀਂ ਖਾਵਾਂਗੇ ਅਤੇ ਜੇ ਅਸੀਂ ਥੁੱਕਣਾ ਹੋਵੇ, ਅਸੀਂ ਜਿਹੜਾ ਥੁੱਕਣਾ ਹੋਵੇ ਧਰਤੀ 'ਤੇ ਨਹੀਂ, ਖੁਦਾ ਨੇ ਇਹਨਾਂ ਨੂੰ ਇਸ ਲਈ ਬਣਾਇਆ ਹੈ ਕਿ ਇਹ ਆਪਣਾ ਮੂੰਹ ਅੱਡਣ ਅਤੇ ਅਸੀਂ ਉਹ ਪਾਨ ਜਿਹਦਾ ਥੁੱਕ ਜਿਹੜਾ ਇਹਨਾਂ ਦੇ ਮੂੰਹ ਵਿੱਚ ਪਾਈਏ। ਇਹ ਉਹਨਾਂ ਦੇ ਬੋਲ ਨੇ। ਇੱਥੋਂ ਤੱਕ ਫਿਰ ਜਿਹੜਾ ਹੈ ਕਹਿ ਲਓ ਕਿ ਹਕੂਮਤ ਕਰਨ ਹੁਕਮਰਾਨ ਆਉਂਦੇ ਰਹੇ, ਲੁੱਟ ਕੇ ਲਿਜਾਂਦੇ ਰਹੇ, ਪਰ ਪਹਿਲੀ ਵਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਟਾਕਰਾ ਹੋਇਆ ਨਾ ਅਹਿਮਦਾਬਾਦ ਦੀ ਧਰਤੀ 'ਤੇ ਬਾਬਰ ਦੇ ਨਾਲ, ਅਤੇ ਗੁਰੂ ਸਾਹਿਬ ਜੀ ਨੇ ਇਹ ਨਹੀਂ ਕੋਈ ਕਿ ਹਾਂ ਪਿੱਠ ਪਕਾ ਕੇ ਭੱਜੇ ਹੋਣਗੇ ਜਾਂ ਉਹਨਾਂ ਦੀ ਅਧੀਨਗੀ ਕਬੂਲੀ ਹੋਏਗੀ। ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੂੰ ਬਾਬਰ ਤੇ ਹੈ ਨਹੀਂ, ਤੂੰ ਜ਼ਾਬਰ ਹੈ। ਇੱਦਾਂ ਜ਼ੁਲਮ ਸੰਸਾਰ ਦੇ ਅੰਦਰ ਇਹੋ ਜਿਹਾ ਜ਼ੁਲਮ ਤੂੰ ਕਰ ਰਿਹਾ। ਇਸ ਤੋਂ ਬਾਅਦ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਬੜਾ ਕੁਝ ਹੁੰਦਾ ਰਿਹਾ, ਬਹੁਤ ਕੁਝ। ਅਤੇ ਇਹ ਜਦੋਂ ਤੁਸੀਂ ਵਾਚੋਗੇ ਅਤੇ ਸਮਝੋਗੇ ਕਿ ਹਾਂ ਆਪਣੇ ਆਪ ਜ਼ੁਬਾਨ ਰੁਕ ਜਾਂਦੀ ਹੈ, ਜਿਹੜੇ ਕਹਿੰਦੇ ਨੇ ਇੱਦਾਂ ਨਹੀਂ, ਤੁਸੀਂ ਇੱਦਾਂ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿਧਾਂਤ ਬਖਸ਼ਿਸ਼ ਕੀਤੇ ਨੇ, ਫਿਰ ਮਾਲਕ ਜੀ ਨੇ ਇਹੋ ਜਿਹਾ ਖਾਲਸਾ ਸਥਾਪਿਤ ਕੀਤਾ ਹੈ, ਸਿਰਜਣਾ ਕੀਤੀ ਹੈ, ਜਿਹੜੀ ਤੇ ਅਸਲ ਦੇ ਵਿੱਚ ਜੁਝਾਰੂ ਕੌਮ ਹੈ, ਹਰ ਕਿਸੇ ਦੇ ਨਾਲ ਜਿਹੜਾ ਟਕਰਾਉਣ ਵਾਲੀ, ਕਿ ਜਿਹੜਾ ਵੀ ਆਵੇ ਉਹਦਾ ਸਾਹਮਣਾ ਕਰਨ ਵਾਸਤੇ। ਸੋ ਇੱਥੇ ਕਵੀ ਸੰਤੋਖ ਸਿੰਘ ਜੀ ਜੋ ਜ਼ਿਕਰ ਕਰ ਰਹੇ ਨੇ ਕਿ ਅਸਲ ਦੇ ਵਿੱਚ ਹਰ ਪਾਸੇ ਜਿਹੜਾ ਹੈ ਪਾਪ ਆਪਣਾ ਪ੍ਰਭਾਵ ਪਾ ਰਿਹਾ ਹੈ ਅਤੇ ਪੁੰਨ ਜਿਹੜਾ ਹੈ ਉਹ ਕਮਜ਼ੋਰ ਹੋ ਰਿਹਾ ਹੈ, ਅਤੇ ਗਰੀਬ ਨੂੰ ਵੇਖ ਕੇ, ਕਮਜ਼ੋਰ ਨੂੰ ਵੇਖ ਕੇ ਲੁੱਟਿਆ ਜਾ ਰਿਹਾ ਸੀ। ਪੁੰਨਹੀਨ ਤਨ ਪਾਪਨ ਪੀਨਾ, ਦਰਬ ਖਸੋਟ ਹੈ ਦੇਖਤ ਦੀਨਾ। ਅੱਗੇ ਪੜ੍ਹੋ। ਪਰ ਕਾਰਜ ਕੀ ਕਰਤਾ ਹਾਨੀ, ਸਨ ਜਿਉ ਤਨ ਖੋਵੈ ਦੁਖਦਾਨੀ। ਪਰਾਏ ਕੰਮ ਕਰਨ ਵਾਲੇ ਦਾ ਨਾਸ਼ ਹੀ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਸਲ ਦੇ ਵਿੱਚ ਜਿਵੇਂ ਕਿ ਇੱਕ ਕਾਈ ਤੁਸੀਂ ਵੇਖੀ ਹੋਏਗੀ ਜਿਹਦੇ ਰੱਸੇ ਆਦਿਕ ਵਟੇ ਜਾਂਦੇ ਨੇ। ਕਹਿਣ ਲੱਗੇ ਪਹਿਲਾਂ ਤਾਂ ਉਹਨੂੰ ਵੱਢਿਆ ਗਿਆ, ਉਸ ਤੋਂ ਬਾਅਦ ਕੁੱਟਿਆ ਗਿਆ, ਅਤੇ ਕੁੱਟਣ ਤੋਂ ਬਾਅਦ ਫਿਰ ਉਹਦੇ ਰੱਸੇ ਬਣਾਏ ਗਏ, ਅਤੇ ਉਹ ਰੱਸਾ ਜਿਹੜਾ ਹੈ ਕਿਸੇ ਦੇ ਗਲ ਦੇ ਵਿੱਚ ਪਿਆ ਜਾਂ ਕਿਸੇ ਹੋਰ ਕੰਮ ਆਇਆ। ਭਾਵ ਇਹ ਕਿ ਉਹ ਦੁਖਦਾਈ ਹੁੰਦੀ ਹੈ। ਪਰ ਤਨ ਪਰ ਨਿੰਦਿਆ ਪਰ ਦਾਰਾ, ਨਿਸ ਦਿਨ ਤਨ ਮਨ ਸੋਹਿਤ ਤਾਰਾ। ਪਰਾਇਆ ਧਨ ਤੇ ਪਰਾਇਆ ਤਨ ਤੇ ਪਰਾਈ ਨਿੰਦਿਆ, ਪਰਾਈ ਇਸਤਰੀ ਲਈ ਦਿਨ ਰਾਤ ਜਿਹੜਾ ਹੈ ਮਨੁੱਖ ਦਾ ਮਨ ਤੇ ਤਨ ਜਿਹੜਾ ਹੈ ਨਾ, ਮਾਨੋ ਕਿ ਉਹਨਾਂ ਵੱਲੇ ਆਕਰਸ਼ਿਤ ਰਹਿੰਦਾ ਹੈ। ਕਿਸੇ ਦੀ ਪਰਾਈ ਨਿੰਦਿਆ ਕਰਨੀ ਹੋਵੇ, ਪਰਾਇਆ ਤਨ ਅਤੇ ਪਰਾਇਆ ਧਨ ਆਦਿਕ ਇਸ ਪਾਸੇ ਮਨੁੱਖ ਦਾ ਜਿਹੜਾ ਹੈ ਮਨ, ਇਹਦੀ ਦ੍ਰਿਸ਼ਟੀ ਜ਼ਿਆਦਾ ਹੁੰਦੀ ਹੈ। ਦੋਹਰਾ ਜੰਗਮ ਬਹੁਤ ਸਰੇ ਵਰੇ, ਕਰਤ ਦਿਗੰਬਰ ਹਾਰ, ਖਟ ਦਰਸ਼ਨ ਹਰਿ ਨਾਮ ਬਿਨ, ਹੋਤ ਬਾਦ ਮੈਂ ਖੁਆਰ। ਜੰਗਮ ਜਿਹੜੇ ਸਨ ਅਸਲ ਦੇ ਵਿੱਚ ਜੋ ਟਲੀਆਂ ਖੜਕਾ ਕੇ ਮੰਗਣ ਵਾਲੇ ਗੌਰ ਜੈਨੀ ਜਿਹੜੇ ਨੇ, ਤੁਸੀਂ ਦੇਖੇ ਹੋਣਗੇ ਸਿਰ 'ਤੇ ਖੰਭ ਲਗਾਏ ਹੁੰਦੇ ਨੇ, ਅਤੇ ਉਹਨਾਂ ਨੂੰ ਉਹ ਸ਼ਿਵ ਜੀ ਦੇ ਭਗਤ ਮੰਨੇ ਜਾਂਦੇ ਨੇ। ਕਹਿਣ ਲੱਗੇ ਜੰਗਮ ਜਿਹੜੇ ਸਨ, ਸਰੇਵੜੇ ਜਿਹੜੇ ਸਨ, ਦਿਗੰਬਰ ਜਿਹੜੇ ਕੱਪੜੇ ਨਹੀਂ ਪਹਿਨਦੇ ਜੈਨੀ ਸੰਪਰਦਾ ਦੇ ਵਿੱਚ, ਇਹ ਆਪਸ ਦੇ ਵਿੱਚ ਝਗੜੇ ਕਰਦੇ ਰਹਿੰਦੇ ਸਨ। ਅਤੇ ਜਿਹੜੇ ਛੇ ਮੱਤ ਸਨ, ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜਾ ਹੈ ਮਾਨੋ ਕਿ ਉਹ ਆਪਣੇ ਜੀਵਨ ਨੂੰ ਵਿਅਰਥ ਗਵਾ ਰਹੇ ਸਨ। ਜੋ ਪਈ ਕੀਨੇ ਦਵਾਦਸ਼ ਮਾਰਗ ਜੋਗੀ, ਪਾਓ ਭਗਤ ਬਿਨ ਭਏ ਬਿਯੋਗੀ। ਜੋਗੀਆਂ ਦੇ 12 ਪੰਥ ਬਣੇ ਹੋਏ ਸਨ, ਵੱਖੋ ਵੱਖਰਾ ਆਪਣਾ ਪੰਥ ਕੋਈ ਚਲਾ ਰਿਹਾ ਸੀ। ਇਸ ਪ੍ਰਕਾਰ ਰੱਬ ਦੀ ਭਗਤੀ ਤੋਂ ਬਗੈਰ ਪ੍ਰਮਾਤਮਾ ਤੋਂ ਵਿਛੜੇ ਹੋਏ ਸਨ। ਕਰੇ ਸ਼ਾਸਤਰਨ ਪਿਪਰ ਗੁਬਾਦਾ, ਬੜ ਪਰਸ ਪਰ ਬਗਦ ਬਿਖਾਦਾ। ਸ਼ਾਸਤਰਾਂ ਬਾਰੇ ਜਿਹੜਾ ਹੈ ਹੁਣ ਆਪਸ ਦੇ ਵਿੱਚ ਬ੍ਰਾਹਮਣ ਝਗੜ ਰਹੇ ਸਨ, ਅਤੇ ਆਪਸ ਵਿੱਚ ਬਹੁਤ ਹੀ ਜਿਹੜਾ ਹੈ ਮਾਨੋ ਝਗੜਾ ਫਸਾਦ ਕਰਦੇ ਹਨ। ਮੁੰਡ ਮੁੰਡਾਵੇ ਹੋਏ
ਸੰਨਿਆਸੀ ਦਰਬ ਨਾਰ ਮੈਰਿਦਾ ਦੁਰਾਸੀ। ਸਿਰ ਮਨਾ ਕੇ ਕਈ ਸੰਨਿਆਸੀ ਬਣ ਗਏ, ਪਰ ਹਰ ਵੇਲੇ ਜਿਹੜਾ ਦਿਲ ਵਿੱਚ ਪਰਾਇਆ ਤਨ ਤੇ ਪਰਾਇਆ ਧਨ, ਇਸ ਕਰਕੇ ਇਹਨਾਂ ਦੇ ਹਿਰਦਿਆਂ ਵਿੱਚ ਭਟਕਣਾ ਬਣੀ ਰਹਿੰਦੀ ਹੈ। ਪਾਏ ਅਤੀਤ ਕਰਾਏ ਬੈਰਾਗੀ ਦ੍ਰਿਸ਼ਟੀ ਤੇ ਵਦ ਮਨ ਦੋ ਲਾਗੀ। ਕਈ ਅਤੀਤ ਹੋ ਗਏ, ਭਾਵ ਜਿਹੜਾ ਹੈ ਘਰ-ਬਾਰ ਛੱਡ ਦਿੱਤਾ। ਕਈ ਬੈਰਾਗੀ ਆਪਣੇ ਆਪ ਨੂੰ ਅਖਵਾਉਣ ਲੱਗ ਪਏ। ਕਈਆਂ ਨੇ ਜਿਹੜਾ ਹੈ ਗ੍ਰਸਤੀ ਜੀਵਨ ਛੱਡ ਕੇ, ਕਈਆਂ ਦੇ ਹਾਲਾਤ ਇਹੋ ਜਿਹੇ ਸਨ ਕਿ ਉਹ ਸਭ ਤੋਂ ਵਧੇਕ ਜਿਹੜਾ ਹੈ ਤ੍ਰਿਸ਼ਨਾ ਦੇ ਵਿੱਚ, ਲਾਲਚ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸ ਗਏ। ਪੰਡਤ ਪਹਿਰੂ ਆ ਕਰੇ ਸਤੇ ਰਖਵਾਰੀ ਕੋ ਸਦਨ ਕਰੇ। ਪੰਡਤ ਭਾਵ ਜਿਹੜਾ ਆਗੂ ਸੀ, ਉਹ ਪਹਿਰੇਦਾਰ ਸੀ। ਕਹਿਣ ਤੋਂ ਭਾਵ ਇਹ ਕਿ ਅਸਲ ਦੇ ਵਿੱਚ ਜਿਹੜਾ ਹੈ ਜੋ ਆਗੂ ਹੈ, ਜਿਹਨੇ ਸਹੀ ਮਾਰਗ ਦੱਸਣਾ ਸੀ, ਉਹ ਹੀ ਲੁੱਟ ਰਿਹਾ ਹੈ ਜਾਂ ਫਿਰ ਉਹ ਹੀ ਜਿਹੜਾ ਹੈ ਚੋਰੀ ਕਰਵਾ ਰਿਹਾ ਹੈ। ਰਖਵਾਰੀ ਕੋ ਸਦਨ ਕਰੇਈ, ਦੱਸੋ ਘਰ ਦੀ ਰਖਵਾਲੀ ਫਿਰ ਕਿਵੇਂ ਹੋ ਸਕਦੀ ਹੈ ਜਦੋਂ ਪਹਿਰੇਦਾਰ, ਚੌਕੀਦਾਰ ਹੀ ਚੋਰ ਹੋਵੇ। ਬੁੱਧੀ ਬਾਰ ਰਖਬਾਰ ਨਿਪਾਲਾ ਪ੍ਰਜਾ ਖੇਤ ਕੋ ਖਾਤ ਕੁਡਾਲਾ। ਰਾਜੇ ਪ੍ਰਜਾ ਦੀ ਰੱਖਿਆ ਕਰਨ ਵਾਸਤੇ ਇੱਕ ਵਾੜ ਦੀ ਤਰ੍ਹਾਂ ਹੁੰਦੇ, ਪਰ ਵਾੜ ਹੀ ਜਿਹੜਾ ਹੈ ਉਹ ਖੇਤ ਨੂੰ ਖਾਈ ਜਾਂਦੀ ਸੀ। ਭਾਵ ਰਾਜੇ ਕਰਕੇ ਪ੍ਰਜਾ ਦਾ ਬੁਰਾ ਹਾਲ ਸੀ। ਦੋਹਰਾ ਪਇਓ ਪਾਰ ਕਰ ਪਰ ਅਧਿਕ ਕਰਮ ਕਰਤ ਨਹਿ ਤੀਰ ਪਾਉ ਭਗਤ ਨਹਿ ਜਗਤ ਮੇ ਬਿਕੁਲ ਪਈ ਪੈ ਪੀਰ। ਪਾਪਾਂ ਦਾ ਧਰਤੀ ਉੱਤੇ ਭਾਰ ਜਿਹੜਾ ਸੀ ਉਹ ਬਹੁਤ ਪੈ ਗਿਆ ਸੀ, ਤੇ ਧਰਮ ਹੌਸਲਾ ਛੱਡੀ ਜਾਂਦਾ ਸੀ, ਤੇ ਜਗਤ ਵਿੱਚ ਕੋਈ ਵੀ ਪ੍ਰੇਮ ਭਾਵ ਨਹੀਂ ਸੀ। ਧਰਤੀ ਜਿਹੜਾ ਹੈ ਭੈ ਦੇ ਨਾਲ ਬਹੁਤ ਡਰੀ ਹੋਈ ਸੀ, ਕਹਿ ਲਓ ਕਿ ਧਰਤੀ ਨੇ ਫਿਰ ਰੱਬ ਅੱਗੇ ਪੁਕਾਰ ਕੀਤੀ। ਜੋ ਪਈ ਏਕੰਕਾਰ ਆਰਾਧਨ ਕੀਨਾ ਪਨਤ ਬੇਨਤੀ ਪਈ ਅਧੀਨਾ। ਧਰਤੀ ਨੇ ਬੜੀ ਅਧੀਨਤਾ ਨਾਲ ਰੱਬ ਅੱਗੇ, ਪਰਮਾਤਮਾ ਅੱਗੇ ਆਰਾਧਨਾ ਕੀਤੀ, ਬੇਨਤੀ ਕੀਤੀ। ਪਰਮੇਸ਼ਰ ਪਰ ਪੁਰਖ ਪੁਰਾਤਨ ਪਰਮ ਪਰਾਵਰ ਨਾਥ ਸਨਾਤਨ। ਹੇ ਪਰਮੇਸ਼ਰ ਪਰਮਾਤਮਾ ਜੀਓ, ਤੁਸੀਂ ਸੰਸਾਰ ਦੀ ਵੱਡੀ ਤੋਂ ਵੱਡੀ ਤਾਕਤ ਨਾਲੋਂ ਵੀ ਵੱਡੇ ਹੋ, ਸ੍ਰੇਸ਼ਟ ਹੋ, ਤੇ ਇਸ ਲਈ ਜਿਹੜਾ ਹੈ ਤੁਸੀਂ, ਤੁਹਾਡਾ ਕੋਈ ਆਦ ਅੰਤ ਨਹੀਂ, ਭਾਵ ਤੁਸੀਂ ਅਨੰਤ ਹੋ, ਤੁਸੀਂ ਬੇਅੰਤ ਹੋ। ਦੀਨ ਬੰਦ ਪ੍ਰਭ ਦੀਨ ਦਿਆਲਾ ਦੀਨਾਨਾਥ ਪ੍ਰੋਖ ਪ੍ਰਤਿਪਾਲਾ। ਹੇ ਦੀਨਾਂ ਤੇ ਪਿਆਰੇ ਪ੍ਰਮਾਤਮਾ ਰੱਬ ਜੀ, ਤੁਸੀਂ ਸਦਾ ਦੀਨਾਂ ਤੇ ਦਇਆ ਕਰਨ ਵਾਲੇ ਹੋ। ਤੁਸੀਂ ਗੁਪਤ ਹੋ, ਤੁਸੀਂ ਪ੍ਰਗਟ ਵੀ ਹੋ, ਸਾਰਿਆਂ ਦੀ ਪ੍ਰਤਿਪਾਲਣਾ ਕਰਨ ਵਾਲੇ ਹੋ। ਆਜਰੇ ਹਮਾਰੇ ਅਨਵਦ ਆਪੇਖਾ ਅਭੇ ਨਿਰੰਜਨ ਅਲਖ ਅਲੇਖਾ। ਤੁਸੀਂ ਬੁਢੇਪੇ ਤੋਂ ਰਹਿਤ ਹੋ, ਭਾਵ ਤੁਹਾਡੇ ਉੱਤੇ ਬਚਪਨ, ਜਵਾਨੀ, ਬੁਢੇਪੇ ਦਾ ਅਸਰ ਨਹੀਂ, ਤੁਸੀਂ ਇੱਕ ਸਮਾਨ ਹੋ। ਤੁਸੀਂ ਮੌਤ ਤੋਂ ਰਹਿਤ ਹੋ, ਤੁਸੀਂ ਕਥਨ ਤੋਂ ਪਰੇ ਹੋ, ਭੇਖ ਤੋਂ ਰਹਿਤ ਹੋ, ਡਰ ਤੋਂ ਰਹਿਤ ਹੋ, ਮਾਇਆ ਤੋਂ ਨਿਰਲੇਪ ਹੋ। ਕਲ ਮਲ ਕਲ ਕੀ ਕਾਲ ਬਿਖਾਰਾ ਅਬੇ ਪਾਰ ਨੇ ਜਾਏ ਸੰਭਾਰਾ। ਕਲਯੁਗ ਦੇ ਸਮੇਂ ਜਿਹੜਾ ਹੈ ਜਿਹੜੇ ਪਾਪ ਸਨ ਉਹ ਫੈਲ ਗਏ ਸਨ। ਗੁਰੂ ਕੀ ਬਾਣੀ ਦਾ ਵੀ ਇਹ ਬਚਨ ਹੈ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਹ। ਤ੍ਰਿਸ਼ਨਾ ਰੂਪੀ ਰਥ ਹੈ, ਤੇ ਰਥ ਨੂੰ ਚਲਾਉਣ ਵਾਲਾ ਜਿਹੜਾ ਉਹ ਝੂਠ ਹੈ। ਝੂਠ ਦੇ ਸਹਾਰੇ ਜਿਹੜਾ ਮੰਨੋ ਕਿ ਇਹ ਲਾਲਚ ਦੀ ਪੂਰਤੀ ਅੱਜ ਦੇ ਸਮੇਂ ਵਿੱਚ ਕੀਤੀ ਜਾ ਰਹੀ ਹੈ। ਤੇ ਕਵੀ ਜੀ ਕਹਿੰਦੇ ਹੁਣ ਧਰਤੀ ਜਿਹੜੀ ਹੈ ਇਹ ਕੁਰਲਾ ਰਹੀ ਹੈ। ਕਲਯੁਗ ਦੇ ਸਮੇਂ ਪਾਪ ਫੈਲ ਗਏ ਹਨ, ਤੇ ਹੁਣ ਜਿਹੜਾ ਹੈ ਅਸਲ ਦੇ ਵਿੱਚ ਮੈਥੋਂ ਇਹਨਾਂ ਦਾ ਭਾਰ ਸੰਭਾਲਿਆ ਨਹੀਂ ਜਾਂਦਾ। ਆਤ ਦੁਸ਼ਟਰ ਦੁਖ ਵੇਲਾ ਪਇਓ ਬਿਨ ਅਵਲੰਬ ਜਾਤ ਨਹਿ ਰਹਿਓ। ਹੁਣ ਬਹੁਤ ਔਖਾ ਹੋ ਗਿਆ ਹੈ, ਦੁਖਦਾਇਕ ਸਮਾਂ ਜਿਹੜਾ ਹੈ ਉਹ ਆ ਗਿਆ ਹੈ, ਤੇ ਇਸ ਲਈ ਰੱਬ ਜੀ
ਤੁਹਾਡੇ ਆਸਰੇ ਤੋਂ ਬਗੈਰ ਮੈਂ ਜਿਹੜਾ ਹੈ ਨਹੀਂ ਰਹਿ ਸਕਦੀ। दोहरा सतयुग में चारों चरण, त्रेत तीन रहाए, द्वापर में दो रहे, कालिक चरण टिकाए। ਸਤਯੁਗ ਵਿੱਚ 4 ਪੈਰ ਸਨ ਤੇ ਉਸ ਤੋਂ ਬਾਅਦ ਤ੍ਰੇਤਾ ਵਿੱਚ 3 ਰਹਿ ਗਏ, ਦੁਆਪਰ ਦੇ ਵਿੱਚ 2 ਤੇ ਕਲਯੁਗ ਦੇ ਵਿੱਚ 1 ਪੈਰ ਰਹਿ ਗਿਆ। ਭਾਵ ਹੁਣ ਸੰਭਾਲਣਾ ਜਿਹੜਾ ਹੈ ਆਪਣੇ ਆਪ ਨੂੰ ਔਖਾ ਹੈ। ਜੋ ਪਈ ਕਲ ਮਲ ਆਇਓ ਕਲ ਕਾਲਾ, ਪਇਓ ਸੁਆਤੇ ਭਾਰ ਵਿਸਾਲਾ। ਕਲਯੁਗ ਦਾ ਸਮਾਂ ਪਾਪ ਰੂਪ ਹੈ। ਕਵੀ ਜੀ ਕਹਿੰਦੇ ਇਸ ਕਰਕੇ ਜਿਹੜਾ ਧਰਤੀ ਕਹਿੰਦੀ ਮੇਰੇ ਉੱਪਰ ਬਹੁਤ ਭਾਰ ਪਿਆ ਹੋਇਆ ਹੈ। ਇੱਕ ਚਰਨ ਤੇ ਟਿਕਾ ਨ ਜਾਈ, ਬਿਨ ਅਵਲੰਬ ਨ ਥਿਰਤਾ ਪਾਈ। ਹੁਣ ਮੈਥੋਂ ਜਿਹੜਾ ਹੈ 1 ਪੈਰ ਤੇ ਨਹੀਂ ਟਿਕਿਆ ਜਾਂਦਾ, ਤੇਰੇ ਆਸਰੇ ਤੋਂ ਬਗੈਰ ਮੈਂ ਨਹੀਂ ਰਹਿ ਸਕਦੀ। ਏਕ ਓੰਕਾਰ ਬਿਨੈ ਸੁਨ ਲੀਜੈ, ਫਿਰ ਹੋ ਕੋ ਅਵਲੰਬ ਦੀਜੈ। ਇਸ ਕਰਕੇ ਹੇ ਵਾਹਿਗੁਰੂ ਜੀ ਮੇਰੀ ਬੇਨਤੀ ਜਿਹੜਾ ਹੈ ਸੁਣਨੀ ਕਰੋ। ਤੁਹਾਡਾ ਆਸਰਾ ਮੈਨੂੰ ਜਿਹੜਾ ਹੈ ਚਾਹੀਦਾ ਹੈ, ਕਿਰਪਾ ਕਰਕੇ ਦੇਣਾ ਕਰੋ। ਜੋਤੀ ਰੂਪ ਆਤਰੀ ਬਾਣੀ, ਸੁਨਤ ਵਿਚਾਰ ਕੀਨ ਸੁਖਦਾਨੀ। ਰੱਬ ਨੇ ਜਦੋਂ ਫਰਿਆਦ ਸੁਣੀ ਹੈ, ਕਵੀ ਜੀ ਕਹਿੰਦੇ ਸੁੱਖਾਂ ਦੇ ਦਾਤੇ ਨੇ ਫਿਰ ਧਰਤੀ ਦੀ ਪੁਕਾਰ ਸੁਣ ਕੇ ਸੋਚ ਵਿਚਾਰ ਕੀਤੀ ਹੈ। ਇਸ ਕਾਰਜ ਕੋ ਬਹੁਤ ਪਠਾਏ ਜਾਏ, ਤਹਾਂ ਨਿਜ ਪੰਥ ਚਲਾਏ। ਪਰਮਾਤਮਾ ਜੀ ਸੋਚਣ ਲੱਗੇ ਨੇ ਕਿ ਇਸ ਕਾਰਜ ਵਾਸਤੇ ਤੇ ਮੈਂ ਬਹੁਤ ਪਹਿਲਾਂ ਪੈਗੰਬਰ ਭੇਜੇ ਨੇ, ਪਰ ਅਸਲ ਦੇ ਵਿੱਚ ਜਾਏ ਤਹਾਂ ਨਿਜ ਪੰਥ ਚਲਾਏ, ਧਰਤੀ ਉੱਤੇ ਜਾ ਕੇ ਆਪਣਾ ਹੀ ਪੰਥ ਚਲਾ ਲੈਂਦੇ ਸਨ। ਇਹ ਸੱਚੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਨਾਲ ਜੋੜਿਆ, ਆਪਣੇ ਨਾਲ ਨਹੀਂ। ਇਹ ਆਪਾਂ ਕਈ ਵਾਰਾਂ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਜੀ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਮੈਨੂੰ ਰੱਬ ਕਹੇਗਾ ਜਾਂ ਰੱਬ ਕਰਕੇ ਪੂਜੇਗਾ ਉਹ ਨਰਕਾਂ ਨੂੰ ਫਿਰ ਜਾਏਗਾ। ਇੰਨੀ ਵੱਡੀ ਗੱਲ। ਪਰ ਜਿਹੜਾ ਵੀ ਪੈਗੰਬਰ ਅੱਜ ਤੱਕ ਆਇਆ ਹੈ ਉਹਨੇ ਆਪਣੇ ਨਾਲ ਜੋੜਿਆ। ਇਹੋ ਹੀ ਕਾਰਨ ਹੈ ਉਹਨਾਂ ਪੈਗੰਬਰਾਂ ਦੀ, ਉਹਨਾਂ ਇਸ਼ਟਾਂ ਦੀਆਂ ਜਿਹੜੀਆਂ ਕਹਿ ਲਓ ਕਿ ਇੱਥੇ ਜਿਹੜਾ ਹੈ ਉਹਨਾਂ ਦੀ ਹਸਤੀ ਉਹਨੂੰ ਪੂਜਿਆ ਜਾਂਦਾ ਹੈ ਅੱਜ। ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਤੁਸੀਂ ਜਿਹੜਾ ਹੈ ਮੇਰੇ ਤੋਂ ਗਿਆਨ ਪ੍ਰਾਪਤ ਕਰਕੇ ਅਕਾਲ ਪੁਰਖ ਦਾ ਰੂਪ ਹੋਣਾ ਹੈ। ਤੇ ਗੁਰੂ ਕੀ ਬਾਣੀ ਆਪਾਂ ਸੰਪੂਰਨ ਵਿਚਾਰੀ ਹੈ। ਤੇ ਕਿਤੇ ਵੀ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਮੈਨੂੰ ਪੂਜੋ, ਮੇਰੀ ਸੇਵਾ ਕਰੋ, ਨਹੀਂ। ਗੁਰੂ ਦੀ ਸੇਵਾ ਕਰੋ, ਰੱਬ ਨੂੰ ਧਿਆਓ, ਗੁਰੂ ਰੂਪ ਹੋ ਕੇ ਫਿਰ ਪਰਮਾਤਮਾ ਦੇ ਦਰ ਤੇ ਪਹੁੰਚ ਜਾਓਗੇ। ਕਵੀ ਜੀ ਕਹਿੰਦੇ ਹੁਣ ਰੱਬ ਜੀ ਇਹ ਸੋਚਣ ਲੱਗੇ ਨੇ ਪੈਗੰਬਰ ਤੇ ਬੜੇ ਭੇਜੇ ਨੇ, ਪਰ ਧਰਤੀ ਤੇ ਜਾ ਕੇ ਸਾਰਿਆਂ ਨੇ ਆਪੋ ਆਪਣਾ ਪੰਥ ਚਲਾਇਆ ਹੈ। ਬਿਸਰੇ ਜਾ ਕਾਰਜ ਤੈ ਗਏ, ਆਪਣੇ ਆਪਣੇ ਮਤ ਠਹਿਰਾਏ। ਇਸ ਪ੍ਰਕਾਰ ਉੱਥੇ ਜਾ ਕੇ ਮਨੋਰਥ ਭੁੱਲ ਜਾਂਦੇ ਨੇ ਪੈਗੰਬਰ ਜਿਤਨੇ ਵੀ ਜਾਂਦੇ ਨੇ। ਤੇ ਫਿਰ ਮੈਂ ਜਿਹੜਾ ਹੈ ਉਹਨਾਂ ਨੂੰ ਜਿਸ ਕਾਰਜ ਵਾਸਤੇ ਭੇਜਦਾ ਹਾਂ ਸਾਰੇ ਆਪਣਾ ਆਪਣਾ ਮਤ ਚਲਾ ਲੈਂਦੇ ਨੇ। ਸਿੱਖ ਧਰਮ ਜਦੋਂ ਤੁਸੀਂ ਪਰਿਭਾਸ਼ਾ ਇਹ ਸਮਝੋਗੇ, ਸਿੱਖ ਦਾ ਅਰਥ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ। ਕੋਈ ਵੀ ਕਰ ਸਕਦਾ ਆ ਕੇ ਇੱਥੇ। ਤੇ ਖਾਲਸਾ ਪੰਥ ਦੇ ਵਿੱਚ ਜਿਹੜਾ ਹੈ ਮਾਨੋ ਕਿ ਆਉਣ ਵਾਸਤੇ, ਇਸ ਦਾਇਰੇ ਵਿੱਚ ਆਉਣ ਵਾਸਤੇ ਮਾਲਕ ਨੇ ਸਾਨੂੰ ਵਰਦੀ, ਸਿਧਾਂਤ ਤੇ ਜਿਹੜਾ ਹੈ ਮਾਨੋ ਕਿ ਇੱਕ ਦਾਇਰਾ, ਮਰਿਆਦਾ ਜਿਹਨੂੰ ਕਹਿ ਲਓ, ਉਹ ਦਿੱਤੀ ਹੋਈ ਹੈ। ਪਰ ਇਹੋ ਕਾਰਨ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਜਿਹੜਾ ਹੈ ਇਹ ਰੀਤ ਨਹੀਂ ਹੈ, ਮਰਿਆਦਾ ਨਹੀਂ ਹੈ ਕਿ ਉਸ ਸਥਾਨ ਦੇ 4 ਦਰਵਾਜ਼ੇ ਹੋਣ ਤੇ ਚਾਰੇ ਦਰਵਾਜ਼ਿਆਂ ਵਿੱਚੋਂ ਕੋਈ ਵੀ ਆ ਸਕਦਾ ਹੈ। ਕੋਈ ਰੋਕ ਟੋਕ ਨਹੀਂ। ਪਰ ਗੁਰੂ ਨਾਨਕ ਦਾ ਦਰ ਇਹੋ ਜਿਹਾ ਹੈ, ਇੱਥੇ ਕੋਈ ਵੀ ਆ ਸਕਦਾ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾ ਕੋ ਸਾਂਝਾ।
ਕਿਤੇ ਮਸਜਿਦ ਦੇ ਵਿੱਚ ਕੋਈ ਭੁੱਲ ਭੁਲੇਖੇ ਹਿੰਦੂ ਵੀਰ ਵੜ ਜਾਵੇ ਨਾ, ਵੇਖੋ ਕੀ ਕਰਦੇ ਨੇ। ਜਾਂ ਫਿਰ ਜਿਹੜਾ ਹੈ ਮੰਦਰ ਦੇ ਵਿੱਚ ਕੋਈ ਜਿਹੜਾ ਹੈ ਮੁਸਲਮਾਨ ਆ ਕੇ ਵੜ ਜਾਵੇ। ਮੇਰੇ ਕਹਿਣ ਤੋਂ ਭਾਵ ਇਹ ਹੈ, ਇੱਕੋ ਇੱਕ ਦਰ ਹੈ ਜਿੱਥੇ ਕਿਸੇ ਵੀ ਕਿਤੇ ਵਿੱਚੋਂ ਕੋਈ ਵੀ ਆ ਸਕਦਾ ਹੈ। ਤੇ ਇਸ ਲਈ ਜਿਹੜਾ ਹੈ ਸਿੱਖ ਧਰਮ ਜਿਹੜਾ ਮਨ ਮਾਲਕ ਜੀ ਨੇ ਇਹ ਡੈਫੀਨੇਸ਼ਨ ਵੀ ਦਿੱਤੀ ਹੋਈ ਰੱਬੀ ਬਾਣੀ ਵਿੱਚ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਗੁਰੂ ਦੀ ਵਿਚਾਰ ਗ੍ਰਹਿਣ ਕਰਕੇ ਤੂੰ ਜਿਹੜਾ ਸਿੱਖੀ ਧਾਰਨ ਕਰ ਸਕਦਾ ਹੈ। ਇਸ ਕਰਕੇ ਸਾਰੀ ਉਮਰ ਜਿਹੜਾ ਹੈ ਸਿੱਖਣ ਵਾਸਤੇ ਹੈ, ਸਿੱਖ ਲਈ, ਤੇ ਸਾਰੀ ਉਮਰ ਸਿੱਖ ਸਿੱਖਦਾ ਹੀ ਰਹਿੰਦਾ ਹੈ। ਤੇ ਕਵੀ ਜੀ ਕਹਿੰਦੇ ਨੇ ਰੱਬ ਜੀ ਹੁਣ ਇਹ ਸੋਚਦੇ ਨੇ ਵਿਚਾਰਦੇ ਨੇ, ਜਿਹੜਾ ਵੀ ਗਿਆ ਹੈ ਅੱਜ ਤੱਕ ਸਾਰਿਆਂ ਨੇ ਆਪਣੀ ਪੂਜਾ ਕਰਵਾਈ ਹੈ। ਕਿਸੇ ਨੇ ਆਪਣੀ ਬੋਲ ਬਾਣੀ ਦੇ ਵਿੱਚ ਇਹ ਗੱਲ ਨਹੀਂ ਕਹੀ ਕਿ ਅਸਲ ਦੇ ਵਿੱਚ ਮੈਨੂੰ ਨਾ ਪੂਜਿਓ। ਇਸ ਲਈ ਗੁਰੂ ਸਾਹਿਬ ਜੀ ਜੋ ਸਿਧਾਂਤ ਸਾਨੂੰ ਬਖਸ਼ ਕੇ ਗਏ ਨੇ ਉਹ ਆਪਾਂ ਪਾਵਨ ਬਾਣੀ ਦੇ ਰਾਹੀਂ ਸਮਝੇ ਹਨ। ਹਾਂਜੀ। किन्हु न महिमा नाम बिथारी, पाओ भगत की रीत न डारी। ਕਿਸੇ ਨੇ ਵੀ ਨਾਮ ਦੀ ਮਹਿਮਾ ਦਾ ਪ੍ਰਚਾਰ ਨਹੀਂ ਕੀਤਾ ਤੇ ਸੱਚੀ ਗੱਲ ਹੈ ਨਹੀਂ ਕੀਤਾ। ਇਹ ਬਾਪਰੂਫ ਜਿਹੜਾ ਹੈ ਗੱਲਾਂ ਮਾਨੋ ਕਿ ਜਿਹੜਾ ਹੈ ਸੰਸਾਰ ਅੱਗੇ ਅਸੀਂ ਰੱਖ ਸਕਦੇ ਹਾਂ ਕਿ ਸੱਚੀ ਗੱਲ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਨੇ ਸਤਨਾਮ ਕਾ ਮੰਤਰ ਦ੍ਰਿੜਾਇਆ, ਭਾਈ ਗੁਰਦਾਸ ਜੀ ਵਾਹਿਗੁਰੂ ਦੇ ਨਾਮ ਦਾ ਮੰਤਰ ਦ੍ਰਿੜ ਕਰਵਾਇਆ ਹੈ ਸੰਸਾਰ ਦੇ ਅੰਦਰ। ਤੇ ਜਿਹੜਾ ਵੀ ਪੈਗੰਬਰ ਆਇਆ ਉਹਨੇ ਆਪਣੇ ਦਾਇਰੇ ਵਿੱਚ ਰਹਿ ਕੇ ਤੇ ਆਪਣੇ ਧਰਮ ਦੇ ਵਿੱਚ ਰਹਿ ਕੇ ਉਸ ਮੁਤਾਬਕ ਹੀ ਉਹ ਕਰਵਾਇਆ ਹੈ। ਭਾਸ਼ਾ ਨੂੰ ਲੈ ਕੇ ਕਹਿ ਲਓ ਜਾਂ ਕੁਝ ਵੀ ਹੈ। ਹੁਣ ਸੰਸਕ੍ਰਿਤ ਭਾਸ਼ਾ ਜਿਹੜਾ ਹੈ ਦੇਵ ਭਾਸ਼ਾ ਮੰਨੀ ਜਾਂਦੀ ਹੈ ਤੇ ਉਸ ਸਮੇਂ ਹਾਲਾਤ ਇਹੋ ਜਿਹੇ ਸਨ ਕਿ ਜਿਹੜਾ ਅਸਲ ਦੇ ਵਿੱਚ ਕੋਈ ਵਿਚਾਰਾ ਨੀਵੀਂ ਜਾਤ ਦਾ ਜਾਂ ਕੋਈ ਗਰੀਬੜਾ ਗੀਤਾ ਦੇ ਸ਼ਲੋਕ ਵੀ ਪੜ੍ਹ ਲੈਂਦਾ ਸੀ ਤੇ ਉਹਦੇ ਜਾਂ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਜਾਂ ਗਲ ਵੱਢ ਦਿੱਤਾ ਜਾਂਦਾ ਸੀ। ਸ਼੍ਰੀ ਰਾਮ ਚੰਦਰ ਜੀ ਦੇ ਸਮੇਂ ਦੇ ਵਿੱਚ ਸ਼ੰਭੁਕ ਹੋਇਆ। ਸ਼ੰਭੁਕ ਬੜਾ ਵੱਡਾ ਗਿਆਨੀ ਸੀ ਪਰ ਹੈ ਸ਼ੂਦਰ ਸੀ ਲੋਕਾਂ ਮੁਤਾਬਕ। ਤੇ ਉਹ ਕਿਤੇ ਜਿਹੜਾ ਬੈਠਾ ਬੈਠਾ ਸ਼ਲੋਕ ਉਚਾਰਨ ਕਰ ਰਿਹਾ ਸੀ ਗੀਤਾ, ਅਸਲ ਦੇ ਵਿੱਚ ਜਿਹੜਾ ਹੈ ਪੜ੍ਹ ਰਿਹਾ ਸੀ। ਬ੍ਰਾਹਮਣਾਂ ਨੇ ਕਿਤੇ ਸੁਣ ਲਿਆ ਤੇ ਫਿਰ ਤੁਸੀਂ ਜਿਹੜਾ ਹੈ ਆਪ ਇਹ ਵਾਚਿਓ ਇਤਿਹਾਸ ਕਿ ਅਸਲ ਦੇ ਵਿੱਚ ਉਹਦਾ ਹਾਲ ਕੀ ਵਿਚਾਰੇ ਦਾ ਹੋਇਆ ਸੀ। ਮਨੁ ਸਿਮਰਤੀ ਪੜ੍ਹੋਗੇ ਉਹਦੇ ਵਿੱਚ ਤਾਂ ਇੱਥੋਂ ਤੱਕ ਵੀ ਜ਼ਿਕਰ ਹੈ 27 ਸਿਮਰਤੀਆਂ ਦੇ ਵਿੱਚੋਂ ਮਨੁ ਸਿਮਰਤੀ ਉਹਦੇ ਵਿੱਚ ਇੱਥੋਂ ਤੱਕ ਵੀ ਜ਼ਿਕਰ ਹੈ ਜੇਕਰ ਕੋਈ ਨੀਵੀਂ ਜਾਤ ਦਾ ਕੋਈ ਗਰੀਬੜਾ ਅਸਲ ਦੇ ਵਿੱਚ ਸੁਣ ਵੀ ਲੈਂਦਾ ਹੈ ਜਾਂ ਪੜ੍ਹ ਲੈਂਦਾ ਹੈ ਉਹਦੀ ਜ਼ੁਬਾਨ ਕੱਟੋ, ਸਿੱਕਾ ਢਾਲ ਕੇ ਕੰਨਾਂ ਵਿੱਚ ਪਾ ਦਿਓ ਕਿ ਇਹ ਦੁਬਾਰਾ ਸੁਣਨ ਦੇ ਲਾਇਕ ਨਾ ਰਹੇ। ਸੋ ਇੱਥੇ ਮਾਲਕ ਜੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਪਰਮਾਤਮਾ ਅਸਲ ਦੇ ਵਿੱਚ ਹੁਣ ਸੋਚਦੇ ਨੇ ਕਿਨਹੂ ਨਾ ਮਹਿਮਾ ਨਾਮ ਬਿਥਾਰੀ, ਭਾਉ ਭਗਤ ਕੀ ਰੀਤ ਨਾ ਡਾਰੀ। ਪ੍ਰੇਮ ਪਿਆਰ ਦੀ ਰੀਤ ਜਿਹੜਾ ਹੈ ਕਿਸੇ ਨੇ ਵੀ ਨਹੀਂ ਚਲਾਈ। ਆਪੋ ਆਪਣੇ ਪੰਥ ਨੂੰ ਜਿਹੜਾ ਹੈ ਅੱਗੇ ਕਰਨ ਵਾਸਤੇ ਸਾਰੇ ਕੋਸ਼ਿਸ਼ ਕਰਦੇ ਰਹੇ। ਜੋ ਹੋਵਤ ਅਵਲੰਬਤ ਚੋਨੀ, ਯੋ ਵਿਚਾਰ ਬੋਲੇ ਜਗ ਜੋਨੀ। ਇਸ ਪ੍ਰਕਾਰ ਇੰਜ ਦੀ ਵਿਚਾਰ ਜਗਤ ਦੇ ਕਾਰਨ ਵਾਹਿਗੁਰੂ ਪਰਮਾਤਮਾ ਜੀ ਬੋਲੇ ਨੇ ਧਰਤੀ ਨੂੰ ਮੈਂ ਆਸਰਾ ਦਿਆਂਗਾ ਤੇ ਉਹ ਆਸਰੇ ਵਾਲੀ ਜਿਹੜਾ ਹੈ ਹੋਵੇਗੀ। ਹੁਣ ਜਿਹੜਾ ਹੈ ਕਿਸੇ ਦਾ ਬੋਲਬਾਲਾ ਨਹੀਂ, ਕੇਵਲ ਸਤਨਾਮ ਸੰਸਾਰ ਦੇ ਅੰਦਰ ਜਿਹੜਾ ਹੈ ਉਚਾਰਨ ਹੋਏਗਾ। ਹਰ ਪਾਸੇ ਪ੍ਰੇਮਾ ਭਗਤੀ ਹੋਏਗੀ, ਹਰ ਪਾਸੇ ਏਕਤਾ ਹੋਏਗੀ। ਸੰਸਾਰ ਨੂੰ ਵੰਡਿਆ ਗਿਆ ਸੀ ਪਰ ਹੁਣ ਜਿਹੜਾ ਹੈ ਇੱਕ ਸਾਰ ਮੈਂ ਹੁਣ ਕਰਾਂਗਾ। ਇਸ ਪ੍ਰਕਾਰ ਦੀ ਗੱਲ ਮਾਨੋ ਕਿ ਪਰਮਾਤਮਾ ਇਹ ਸੋਚ ਰਹੇ ਨੇ, ਵਿਚਾਰ ਰਹੇ ਹਨ। ਨਾਮ ਕੀਰਤਨ ਬਿਥਰੋਂ ਜਬ ਹੀ, ਤੁਝ ਅਵਲੰਬ ਹੋਏ ਹੈ ਤਬ ਹੀ। ਜਦ ਨਾਮ ਕੀਰਤਨ ਦਾ ਪ੍ਰਵਾਹ ਚੱਲ ਪਏਗਾ ਤਾਂ ਮੈਨੂੰ ਵੀ ਜਿਹੜਾ ਹੈ ਹੁਣ ਆਸਰਾ ਮਿਲ ਜਾਵੇਗਾ। ਯਾ ਤੇ
प्रगटावो जग आए, मोह बिन हेत होत नान उपाए। ਇਸ ਲਈ ਹੁਣ ਮੈਨੂੰ ਆਪ ਜੀ ਜਿਹੜਾ ਹੈ ਜਗ ਦੇ ਵਿੱਚ ਪ੍ਰਗਟ ਹੋਣਾ ਜਿਹੜਾ ਚਾਹੀਦਾ ਹੈ। ਕਹਿਣ ਤੋਂ ਭਾਵ ਧਰਤੀ ਕਹਿੰਦੀ ਹੈ ਕਿ ਹੇ ਪਰਮਾਤਮਾ ਜੀ ਉਹ ਜਗਤ ਦੇ ਵਿੱਚ ਪ੍ਰਗਟ ਹੋਵੋ। ਹੁਣ ਅਸਲ ਦੇ ਵਿੱਚ ਜਿਹੜਾ ਹੈ ਮੈਂ ਤੁਹਾਡੇ ਤੋਂ ਬਿਨਾਂ ਜਿਹੜਾ ਹੈ ਨਹੀਂ ਰਹਿ ਸਕਦੀ, ਅਤੇ ਰੱਬ ਵੀ ਅੱਗਿਓਂ ਕਹਿੰਦਾ ਹੈ ਮੇਰੇ ਬਗੈਰ ਹੋਰ ਕੋਈ ਆਉਣ ਦਾ ਉਪਾਅ ਵੀ ਨਹੀਂ ਹੈ, ਮੈਨੂੰ ਆਉਣਾ ਪੈਣਾ ਸੰਸਾਰ ਦੇ ਅੰਦਰ। ਕਰਮ ਤਾਮ ਧਰਤੀ ਰਜ ਦੀਨੋ, ਪਾਇਆ ਲੰਬ ਹੋਏ ਦੁਖ ਚੀਨੋ। ਧਰਮ ਦੇ ਘਰ ਨੇ ਜਿਹੜਾ ਹੈ ਧਰਤੀ ਨੂੰ ਧੀਰਜ ਦੇ ਕੇ ਆਖਿਆ ਹੈ ਕਿ ਮੈਂ ਤੇਰਾ ਆਸਰਾ ਹਾਂ, ਮੈਂ ਤੇਰਾ ਸਹਾਰਾ ਬਣ ਕੇ ਤੇਰੇ ਸਭ ਦੁੱਖ ਦੂਰ ਕਰਾਂਗਾ। ਸੁਨ ਕਰ ਗਿਰਾ ਗਗਨ ਕੀ ਚੋਨੀ, ਉਰ ਕਰ ਪਰਮ ਹਰਖ ਮੁਖ ਮੋਨੀ। ਆਕਾਸ਼ ਦੀ ਮਿੱਠੀ ਬਾਣੀ ਜਿਹੜਾ ਮੰਨੋ ਕਿ ਸੁਣ ਕੇ ਮੁਖ ਨੂੰ ਮੋਹਣ ਵਾਲੀ ਜਿਹੜੀ ਹੈ, ਅਸਲ ਦੇ ਵਿੱਚ ਇਹ ਆਵਾਜ਼ ਧਰਤੀ ਨੇ ਸੁਣੀ ਹੈ ਅਤੇ ਆਪਣੇ ਦਿਲ ਵਿੱਚ ਮੰਨੋ ਕਿ ਕਵੀ ਜੀ ਕਹਿੰਦੇ ਬੜੀ ਖੁਸ਼ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਮੁਬਾਰਕ ਬਚਨ ਹਿਰਦਿਆਂ ਵਿੱਚ ਵਸਣ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਕਾਸ਼ ਭੂਮੀ, ਅਵਤਾਰ ਭੂਮੀ, ਰੱਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਧਰਤੀ 'ਤੇ ਪ੍ਰਕਾਸ਼ ਹੋਣ ਤੋਂ ਪਹਿਲਾਂ ਕਿਸ ਪ੍ਰਕਾਰ ਸਜਾਈ ਹੈ। ਕਵੀ ਜੀ ਨੇ ਆਪਣੇ ਜਿਹੜਾ ਹੈ ਕਾਵਿ ਤੋਲ ਦੇ ਰਾਹੀਂ ਇਹਦਾ ਬਿਆਨ ਕੀਤਾ ਹੈ ਕਿ ਉਹ ਧਰਤੀ ਕਿਸ ਪ੍ਰਕਾਰ ਸ਼ੋਭਾ ਪਾ ਰਹੀ ਸੀ, ਕੀ ਕੁਝ ਸੀ ਤਲਵੰਡੀ ਦੀ ਧਰਤੀ 'ਤੇ, ਕਿਸ ਪ੍ਰਕਾਰ ਦੇ ਲੋਕ ਸਨ, ਉਹਨਾਂ ਦਾ ਜ਼ਿਕਰ ਕੱਲ੍ਹ ਦੇ ਦੀਵਾਨਾਂ ਵਿੱਚ ਹੋਏਗਾ। ਗੁਰੂ ਕਿਰਪਾ ਕਰੇ ਜੀ। ਅੱਜ ਸੇਵਾ ਹੈ, ਇਸ ਲਈ ਆਪਾਂ ਥੋੜ੍ਹਾ ਪਹਿਲਾਂ ਸਮਾਪਤੀ ਕਰ ਰਹੇ ਹਾਂ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਅਬਿਨਾਸ਼ੀ, ਹੇ ਪੂਰਨ ਹੇ ਸਰਬ ਮੈਂ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤਾਂ ਕੈ ਸਦਾ ਸੰਗ, ਹੇ ਠਾਕੁਰ ਹੋਂ ਦਾਸਰੋ, ਨਾਨਕ ਦੀਜੈ ਨਾਮ ਦਾ, ਆਏ ਪ੍ਰਭ ਸ਼ਰਨਾਗਤੀ, ਏਕ ਅਖਰ ਹਰ ਮਨ ਬਸਤ, ਆਏ ਪ੍ਰਭ ਸ਼ਰਨਾਗਤੀ, ਏਕ ਅਖਰ ਹਰ ਮਨ ਬਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।